है। जो लड़न आए हनी तुफंग तब गयो खालसा करन जंग। जेड़ा तुहाडे ते हमला करन आवे ओनू बंदूक चला के मार देना है। निर्मोह नाम जेठा स्थान उतरे सो फिरती पर गुर सुजान। इस तरह एक आनंदपुर ਨੂੰ ਛੱਡ ਕੇ ਸਰਸਾ ਤੋਂ ਪਹਿਲਾਂ ਇੱਕ ਜਗ੍ਹਾ ਆਉਂਦੀ ਹੈ ਨਿਰਮੋਹ। ਉਸ ਥਾਂ ਦੇ ਉੱਤੇ ਸਤਿਗੁਰੂ ਪਾਤਸ਼ਾਹ ਜੀ ਵੀ ਘੋੜੇ ਤੋਂ ਉਤਰ ਖੜੇ और जब लूटियो देश कीर्त पनकीरा शत्रन सैन पहुंची बडेरा। ਜਦੋਂ ਸਤਿਗੁਰਾਂ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਉਸ ਨਿਰਮੋਹ ਦੇ ਸਥਾਨ ਤੇ ਪਹੁੰਚਣਾ ਕੀਤਾ ਹੈ ਤਾਂ ਪਹਾੜੀਆਂ ਨੇ ਆਪਣੀ ਫੌਜ ਲੈ ਕੇ ਸਤਿਗੁਰਾਂ ਤੇ ਹਮਲਾ कर देता जी। जे समूह भीम चंद जे संग हडूरी भूम चंद। और पहाड़िए भीम चंद ने हडूरीए ने इन्हां ने अपनी फौज सतगुरां ते हमला करन लई भेज दिती है। सगरे गरीश मन अधिक चाव नह दुर्ग कोटम वास थाव। और हुण इन्हां नूं बड़ा चाह चढ़िया होया है कि हुण गुरु किले तो बाहर है, ਹੁਣ ਇਹਨਾਂ ਦੇ ਕੋਲੇ ਬਚਣ ਦੇ ਲਈ ਕੋਈ ਓਟ ਆਸਰਾ ਨਹੀਂ ਹੈ, ਆਪਾਂ ਇਹਨਾਂ ਤੇ ਹਮਲਾ ਕਰਦੇ ਹੋ। ਇਹ ਭਈ ਬਹੁਤ ਆਛੀ ਲਖੇ ਹੈ ਗੁਰ ਅਨੰਦਪੁਰਾ ਤਜ ਦੀਨ ਗ੍ਰਹਿ ਹੈ। ਵਧੀਆ ਹੋ ਗਿਆ, ਗੁਰੂ ਕਿਲੇ ਚੋਂ ਨਿਕਲ ਕੇ ਬਾਹਰ ਆ ਗਿਆ ਹੈ। ਰਹਿ ਪਰਤ ਜੋਰ ਹੈ ਜਤਨ ਨਾਹੇ ਲੜ ਕਰ ਸੋ ਮਰੇ ਪਾਟੇ ਅਨਕਤਾਹੇ। ਆਓ ਇਹਨਾਂ ਦੀਆਂ ਫੌਜਾਂ ਨੂੰ ਹੁਣ ਲੜਾਈ ਕਰਕੇ ਮਾਰ ਦਈਏ। ਕਿਲੇ ਦੇ ਵਿੱਚ ਤਾਂ ਆਪਣਾ ਬਲ ਨਹੀਂ ਸੀ ਪੈਂਦਾ, ਫੌਜ ਨਹੀਂ ਸੀ ਪੈਂਦਾ, ਪਰ ਹੁਣ ਤਾਂ ਇਹ ਕਿਲੇ ਤੋਂ ਬਾਹਰ ਆ ਗਏ ਹਨ। ਇਹ ਸੋਚ ਕੇ ਭੀਮ ਚੰਦ ਵਰਗਿਆਂ ਨੇ ਫੌਜ ਲੈ ਕੇ ਸਤਿਗੁਰਾਂ ਦੀ ਫੌਜ ਤੇ ਹਮਲਾ ਕਰ ਦਿੱਤਾ ਜੀ। ਮਿਲ ਮਿਲ ਗ੍ਰੀਸ਼ ਮੰਦ ਪਾਏ ਪੈਦਲ ਤੁਰੰਗ ਦੀਨਸ ਪਠਾਏ। ਔਰ ਇਸ ਤਰ੍ਹਾਂ ਪਹਾੜੀ ਰਾਜਿਆਂ ਨੇ ਆਪਣੀ ਫੌਜ ਘੋੜ ਸਵਾਰ ਪੈਦਲ ਫੌਜ ਭੇਜ ਦਿੱਤੀ ਆ। ਜੀਤ ਕੇ ਸੈਨ 22 ਧਾਰ ਦੁਦਬ ਬਜਾਏ ਹਥਿਆਰ ਧਾਰ। ਜਿੰਨੀ ਕਿ ਇਹਨਾਂ ਪਹਾੜੀ ਰਾਜਿਆਂ ਕੋਲੇ ਫੌਜ ਸੀ ਇਹ ਵੀ ਨਗਾਰੇ ਤੇ ਚੋਟ ਲਾ ਕੇ ਲੜਨ ਵਾਸਤੇ ਬਾਹਰ ਨਿਕਲੀਆਂ ਫੌਜਾਂ ਨਾਲ ਆ ਗਏ। ਚਲੋ ਮਨੋ ਔਰਡੀ ਗੰਗ ਧਾਰ ਅਨਗਨ ਤੁਫੰਗ ਖਰ ਖੜਗ ਧਾਰ। ਇਸ ਤਰ੍ਹਾਂ ਔਰਡੀ ਭਾਵ ਔਰਨ ਬੜੀ ਬੇਅੰਤ ਸੈਨਾ ਇਹਨਾਂ ਪਹਾੜੀਆਂ ਦੀ ਆ ਗਈ ਹੈ। ਗੰਗ ਧਾਰ ਜਿਵੇਂ ਗੰਗਾ ਨਦੀ ਵਗਦੀ ਹੋਵੇ ਐ ਨਦੀ ਦੀ ਤਰ੍ਹਾਂ ਅਣਗਣ ਤੁਫੰਗ ਖਰ ਖੜਗ ਧਾਰ। ਕਿਸੇ ਦੇ ਕੋਲ ਤਲਵਾਰਾਂ ਤੇ ਕਿਸੇ ਕੋਲ ਬੰਦੂਕਾਂ ਹਨ। ਗਨ ਬਜੇ ਢੋਲ ਪਟੇ ਨਿਸ਼ਾਨ ਪੀਰਨ ਪੁਕਾਰ ਤੁਰਲੀ ਨਿਸ਼ਾਨ। ਔਰ ਨਗਾਰੇ ਢੋਲ ਤੁਰਲੀਆਂ ਪੁਕਾਰਾਂ ਨਿਸ਼ਾਨ ਆਦਿ ਵੱਜਦੇ ਆ ਰਹੇ ਹਨ। ਨਿਸ਼ਾਨ ਦਾ ਮਤਲਬ ਨਗਾਰਾ ਹੈ। ਇੱਥੇ ਨਿਸ਼ਾਨ ਸਾਹਿਬ ਨੂੰ ਵੀ ਨਿਸ਼ਾਨ ਕਹਿੰਦੇ ਆ, ਨਗਾਰੇ ਨੂੰ ਵੀ ਨਿਸ਼ਾਨ ਕਹਿੰਦੇ ਆ। ਇਉਂ ਗੁਰੂ ਪਿਆਰਿਓ ਨਗਾਰਿਆਂ ਤੇ ਚੋਟਾਂ ਮਾਰਦੇ ਪਹਾੜੀਏ ਹਮਲਾ ਕਰਨ ਲਈ ਆਪਣੇ ਰਾਜਾਂ ਚੋਂ ਨਿਕਲ ਕੇ ਖਾਲਸੇ ਨੂੰ ਅੱਗੋਂ ਰੋਕਦੇ ਹਨ। ਉਤ ਪਾਏ ਖਾਲਸੇ ਲੂਟ ਮਾਰ ਸਬਰੇ ਪਦਾਰਥ ਕਰ ਉਜਾਰ। ਔਰ ਖਾਲਸੇ ਨੇ ਵੀ ਫਿਰ ਅੱਗੋਂ ਹਮਲਾ ਕਰ ਦਿੱਤਾ ਹੈ। ਇਹਨਾਂ ਪਹਾੜੀਆਂ ਨੂੰ ਲੁੱਟਣਾ ਮਾਰਨਾ ਸ਼ੁਰੂ ਕੀਤਾ ਹੈ ਔਰ ਕਹਿਲੂਰ ਦੇ ਵਿੱਚ ਉਜਾੜਨਾ ਸ਼ੁਰੂ ਕੀਤਾ ਇਹਨਾਂ ਨੂੰ। ਕਹਿਲੂਰ ਤੂਣ ਮੈਂ ਧੂਮ ਤਾਮ ਇਸ ਪਰਿਮਾਰ ਭਜ ਤਜਤ ਤਾਮ। ਤਾਂ ਭੀਮ ਚੰਦ ਦਾ ਇਲਾਕਾ ਹੈ ਕਹਿਲੂਰ ਦਾ, ਉੱਥੇ ਬੜੀ ਹੀ ਰੌਲਾ ਪੈ ਗਿਆ ਹੈ। ਲੋਕ ਜਿਹੜੇ ਘਰਾਂ 'ਚ ਵਸਦੇ ਉਹ ਆਪਣੀਆਂ ਜਾਨਾਂ ਬਚਾਉਣ ਲਈ ਭੱਜਣ ਲੱਗੇ ਜੀ। ਜੋ ਅਰਹੇ ਬੇਗੀ ਮਾਰ ਲੇਤਾ ਛੁੱਟੇ ਤੁਫੰਗ ਬਟ ਜੰਗ ਖੇਤ। ਔਰ ਜਿਹੜਾ ਅੱਗੋਂ ਅੜਦਾ ਹੈ ਉਸ ਨੂੰ ਗੁਰੂ ਕੀਆਂ ਫੌਜਾਂ ਮਾਰ ਲੈਂਦੀਆਂ। ਕਿਤੇ ਬੰਦੂਕ ਚੱਲਦੀ ਹੈ, ਕਿਤੇ ਤਲਵਾਰ ਚੱਲਦੀ ਹੈ। ਕੋਰਨ ਨਚਾਏ ਮੋਰਨ ਮਨਿੰਦ ਕੋਰਨ ਬਣਾਏ ਸੂਰਨ ਬਲੰਦ। ਇਉਂ ਗੁਰੂ ਕੀਆਂ ਫੌਜਾਂ ਸੂਰਮੇ ਘੋੜਿਆਂ ਨੂੰ ਮੋਰਾਂ ਦੀ ਤਰ੍ਹਾਂ ਨਚਾਉਂਦੇ ਹੋਏ ਵੱਡੇ ਸੂਰਮੇ ਆਪਣੀਆਂ ਕਤਾਰਾਂ ਬਣਾ ਕਰਕੇ ਤੋਰਨ ਰਿਪੂਨ ਫੋਰਨ ਸੁਅੰਗ ਔਰਨ ਉਬੇ ਸੋ ਛੋਰਨ ਤੁਫੰਗ। ਜਿਹੜਾ ਬੈਰੀ ਜਿਹੜਾ ਹੈ ਕਤਾਰਾਂ ਬਣ ਬਣ ਕੇ ਅੱਗੇ ਵਧਿਆ ਹੈ ਉਹਨਾਂ ਦੀਆਂ ਕਤਾਰਾਂ ਨੂੰ ਤੋੜਦੀਆਂ ਹੋਈਆਂ ਗੁਰੂ ਕੀਆਂ ਫੌਜਾਂ ਦੁਸ਼ਮਣਾਂ ਦੇ ਅੰਗ ਭੰਨਦੀਆਂ ਹੋਈਆਂ। ਤਬ ਹੋਏ ਮੁਕਾਬਲੇ ਦਲ ਦੂਨਾ ਪ੍ਰੇਰੇ ਸਮੀਰ ਜਿਮ ਜਲਦ ਊਨਾ। ਇਸ ਤਰ੍ਹਾਂ ਗੁਰੂ ਪਿਆਰਿਓ ਦੋਨਾਂ ਫੌਜਾਂ ਦਾ ਫਿਰ ਹੱਥੋਂ ਹੱਥੀ ਟੱਕਰਾ ਹੋ ਗਿਆ। ਜਿਸ ਤਰ੍ਹਾਂ ਹਵਾ ਦੇ ਪ੍ਰੇਰੇ ਹੋਏ ਬੱਦਲ ਆ ਜਾਂਦੇ ਹਨ ਇੱਕਦਮ। ਕਰਕਾ ਸਮੂਹ ਗੋਰੀ ਗਿਰੰਤ ਬਾਰੂਦ ਅਗਨ ਤੜ
ਤਤਾ ਦੀ ਬੰਤ ਔਰ ਗੋਲਿਆਂ ਦੀ ਤਰ੍ਹਾਂ ਜਿਵੇਂ ਆਪਣੇ ਗੁਰੂ ਪਿਆਰਿਓ ਗੜੇ ਪੈਂਦੇ ਆ, ਕਹਿੰਦੇ ਗੜਿਆਂ ਦੀ ਤਰ੍ਹਾਂ ਬੰਦੂਕਾਂ ਦੀਆਂ ਗੋਲੀਆਂ ਚੱਲਣ ਲੱਗੀਆਂ ਔਰ ਬਿਜਲੀ ਦੇ ਵਿੱਚੋਂ ਬੰਦੂਕਾਂ ਦੇ ਵਿੱਚੋਂ ਜਿਹੜੀ ਅੱਗ ਨਿਕਲਦੀ ਹੈ ਜਿਵੇਂ ਬੱਦਲਾਂ ਵਿੱਚ ਬਿਜਲੀ ਚਮਕਦੀ ਹੋਵੇ। ਇੱਕ ਵਾਰ ਛੁੱਟੀ ਸਲਖਾ ਕਰਾਲ ਤੜਪੜ ਸੋਨਾਦ ਸੁਣਤੇ ਵਿਸਾਲ ਗੁਰੂ ਕੀਆਂ ਫੌਜਾਂ ਨੇ ਕੋਈ ਸੈਂਕੜੇ ਬੰਦੂਕਾਂ ਇਕੱਠੀਆਂ ਭਰ ਕੇ ਇੱਕਦਮ ਸ਼ਲਕ ਛੱਡ ਦਿੱਤੀ ਹੈ ਆਉਣ ਵਾਲੇ ਪਹਾੜੀ ਫੌਜਾਂ ਤੇ। ਦੇਸ਼ ਦੁਹਨ ਮਾਰ ਮਾਚੀ ਵਿਸ਼ੇਸ਼ ਚਣਕੰਤ ਗਜਨ ਰਣ ਕੇ ਅਸ਼ੇਸ਼ ਇਸ ਤਰ੍ਹਾਂ ਦੋਨੇ ਹੀ ਦਿਸ਼ਾਵਾਂ ਦੀਆਂ ਫੌਜਾਂ ਜਿਹੜੀਆਂ ਮਰਨ ਲੱਗੀਆਂ ਔਰ ਗਜਾਂ ਦੀ ਛਲਕਾਰ ਪੈ ਰਹੀ ਹੈ। ਭਾਵ ਬੰਦੂਕਾਂ ਨੂੰ ਚਲਾ ਕੇ ਫਟਾਫਟ ਬਰੂਦ ਭਰ ਕੇ ਗਜ ਦੇ ਨਾਲ ਠੋਕਿਆ ਜਾਂਦਾ ਹੈ। ਗਜਾਂ ਦੀ ਛਲਕਾਰ ਪੈ ਰਹੀ ਹੈ। ਭਾਰ ਮੁਸ਼ਟ ਬਰੂਦ ਡਾਲ ਤੂ ਤਾਲ ਗੁਰਕਾ ਸੁ ਡਾਲ ਠੋਕਤ ਵਿਸਾਲ ਮੁੱਠੀ ਭਰ ਕੇ ਬਰੂਦ ਭਰਦੇ ਹਨ, ਵਿੱਚ ਉਹਦੇ ਛਿੱਕੇ ਦੀਆਂ ਗੋਲੀਆਂ ਪਾ ਕਰਕੇ ਉਤੋਂ ਗੁਰੂ ਪਿਆਰਿਓ ਗਜਾਂ ਦੇ ਨਾਲ ਠੋਕਦੇ ਹਨ। ਪਰ ਤੁਰਤ ਪਲੀਤੇ ਪਰ ਜਮਾਏ ਤੋੜਾ ਉਪਾਰ ਕਲ ਪੇ ਟਿਕਾਏ ਔਰ ਪਲੀਤੇ ਨੂੰ ਅੱਗ ਲਾ ਕਰਕੇ ਨਿਸ਼ਾਨਾ ਬਿਨ ਕੇ ਚਲਾ ਦਿੰਦੇ ਹਨ। ਪਰ ਦਸਤਰ ਵਾਰਿਪ ਤਨ ਤਕਾਏ ਡਾਬੇ ਸਿਤਾਬ ਨਹਿ ਕਰ ਡੁਲਾਏ ਇਸ ਤਰ੍ਹਾਂ ਫਿਰ ਹੱਥ ਵਿੱਚ ਫੜ ਕੇ ਬੈਰੀ ਦੇ ਸਰੀਰ ਵੱਲ ਤੱਕਦੇ ਹਨ ਤੇ ਤੁਰੰਤ ਚਲਾ ਦਿੰਦੇ ਹਨ। ਜਬ ਲਗੇ ਜਾਏ ਨਹਿ ਦੇਰ ਕੋਏ ਗਿਰ ਪਰੇ ਭੂਮ ਨਿਜ ਪ੍ਰਾਨ ਕੋਏ ਔਰ ਜਦੋਂ ਗੋਲੀ ਲੱਗਦੀ ਹੈ ਫਿਰ ਜਿਹੜਾ ਫੌਜੀ ਦੇ ਲੱਗਦੀ ਹੈ, ਜਿਹੜੇ ਪਹਾੜੀਏ ਦੇ ਲੱਗਦੀ ਹੈ, ਉਹ ਬਿਨਾਂ ਦੇਰ ਲਾਇਆ ਘੋੜੇ ਤੋਂ ਡਿੱਗ ਪੈਂਦਾ ਜੀ। ਅਸਵਾਰ ਤਵਾਏ ਹੈ ਕੋ ਸ਼ਿਤਾਬ ਸੁਰਤ ਤੁਫੰਗ ਕਰ ਕਰਤ ਦਾਬ ਇਸ ਤਰ੍ਹਾਂ ਅਸਵਾਰ ਆਪਣੇ ਘੋੜਿਆਂ ਨੂੰ ਇੱਧਰ ਉੱਧਰ ਤੇਜ਼ ਭਜਾ ਕਰਕੇ ਗੁਰੂ ਪਿਆਰਿਓ ਬੰਦੂਕਾਂ ਚਲਾਉਂਦੇ ਆ ਤੇ ਆਪਣੇ ਆਪ ਨੂੰ ਬਚਾਉਂਦੇ ਵੀ ਹਨ। ਰਿਪ ਕੋ ਗਿਰਾਏ ਕਸ ਲੀਤ ਫੂਰਾ ਪੁਨ ਕਰਤ ਨਿਰਤ ਤਕਾਲ ਗੇਰ ਇਉਂ ਦੁਸ਼ਮਣ ਨੂੰ ਮਾਰ ਕੇ ਦੁਬਾਰਾ ਫੇਰ ਮੁੱਠੀ ਬਰੂਦ ਦੀ ਭਰ ਕੇ ਵਿੱਚ ਭਰਦੇ ਆ ਅਤੇ ਗੋਲੀ ਛਿੱਕਾ ਪਾ ਕਰਕੇ ਠੋਕਦੇ ਹਨ ਤੇ ਫਿਰ ਚਲਾ ਦਿੰਦੇ ਹਨ। ਚਲੇ ਤੁਫੰਗਾ ਗੁਲਕਨ ਸੰਗਾ ਲਗ ਲਗ ਅੰਗਾ ਕਰ ਕਰ ਭੰਗਾ ਇਉਂ ਬੰਦੂਕਾਂ ਚੱਲਦੀਆਂ ਗੋਲੀਆਂ ਦੇ ਨਾਲ ਔਰ ਜਾ ਕੇ ਦੁਸ਼ਮਣਾਂ ਦੇ ਅੰਗਾਂ ਵਿੱਚ ਲੱਗਦੀਆਂ ਔਰ ਭੰਗ ਭਾਵ ਤੋੜ ਦਿੰਦੀਆਂ ਹਨ। ਮੁਰਛਤ ਹੋਏ ਧਰ ਪਰ ਸੋਏ ਮਨੋ ਨਿਹਾਲੀ ਬਰਨ ਸੋਲਾਲੀ ਔਰ ਵੈਰੀ ਜਿਹੜਾ ਹੈ ਬੇਹੋਸ਼ ਹੋ ਕੇ ਡਿੱਗ ਰਿਹਾ ਹੈ, ਕੋਈ ਮਰ ਗਿਆ ਜਿਵੇਂ ਮਾਨੋ ਸੌ ਗਿਆ ਹੋਵੇ ਥੱਕਿਆ ਹੋਇਆ। ਧਰਤੀ ਲਾਲ ਰੰਗ ਦੀ ਹੋਣ ਲੱਗੀ ਹੈ। ਗਿਰ ਪੈ ਲੋਹੋ ਬਹੁ ਬਲ ਹੋ ਮੁਖ ਮੁਰਚਾਨੇ ਹੱਥ ਹੋਏ ਪ੍ਰਾਨੇ ਔਰ ਡਿੱਗਦਿਆਂ ਦਾ ਬਹੁਤ ਸਾਰਾ ਲੋਹੂ ਨਿਕਲਦਾ ਹੈ ਔਰ ਗੁਰੂ ਪਿਆਰਿਓ ਧਰਤੀ ਲਾਲ ਹੋ ਗਈ ਹੈ। ਗਿਰ ਬਹੁ ਲੋਹੂ ਬਹੁਤ ਲੋਹਾ ਖੜਕਦਾ ਹੈ। ਬੈਰੀ ਜਿਹੜਾ ਹੈ ਬੇਬਲ ਹੋ ਗਏ ਹਨ, ਮੁਖ ਮੁਰਝਾ ਗਏ ਹਨ ਔਰ ਮਰਦੇ ਜਾ ਰਹੇ ਹੈ ਕਿਉਂਕਿ ਇਹਨਾਂ ਨੇ ਆਪਣੀਆਂ ਕਸਮਾਂ ਤੋੜ ਕੇ ਖਾਲਸੇ ਤੇ ਹਮਲਾ ਕੀਤਾ ਤੇ ਖਾਲਸੇ ਨੂੰ ਇਹ ਪਤਾ ਸੀਗਾ ਵੀ ਆਪਣੀ ਕਸਮ ਨੂੰ ਤੋੜਨਗੇ। ਇਸ ਕਰਕੇ ਖਾਲਸਾ ਤਿਆਰ ਪਰ ਤਿਆਰ ਸੀ, ਪਹਿਲਾਂ ਹੀ ਦੁਸ਼ਮਣਾਂ ਦੀ ਆਹੂ ਲਾਉਂਦਾ ਹੋਇਆ ਅੱਗੇ ਵਧ ਰਿਹਾ ਹੈ। ਨਿਰਮੋਹ ਦੇ ਅਸਥਾਨ ਤੇ ਗੁਰੂ ਪਿਆਰੋ ਇਹ ਜੰਗ ਹੋਇਆ ਹੈ ਜੀ। ਰੁਪ ਰੁਪ ਆਗੇ ਨਹਿ ਡਰ ਭਾਗੇ ਚਰਨ ਜਮਾਏ ਨਹਿ ਨਹਿ ਲਾਏ ਇਸ ਤਰ੍ਹਾਂ ਗੁਰੂ ਕੀਆਂ ਫੌਜਾਂ ਰੁਕ ਰੁਕ ਕੇ ਪਿੱਛੇ ਮੂੰਹ ਕਰਕੇ ਦੁਸ਼ਮਣ ਨੂੰ ਮਾਰਦੀਆਂ, ਡਰਦੀਆਂ, ਭਜਦੀਆਂ ਨਹੀਂ, ਪੈਰ ਜਮਾ ਕੇ ਦੁਸ਼ਮਣ ਨੂੰ ਮਾਰਨ ਲੱਗੀਆਂ ਜੀ। ਪੱਗ ਤੱਕ ਗੋਰੇ ਅਰਦਿਸ਼ ਛੋਰੇ ਉਰ ਸਿਰ ਫੋਰੇ ਕਰ ਪੱਗ ਤੋਰੇ ਉਹ ਨਿਸ਼ਾਨਾ ਬਿਨ ਬਿਨ ਕੇ ਖਾਲਸਾ ਗੋਲੀਆਂ ਛੱਡਦਾ ਹੈ। ਕਿਸੇ ਦਾ ਸਿਰ ਤੇ ਕਿਸੇ ਦਾ ਢਿੱਡ ਫੁੱਟ ਜਾਂਦਾ ਹੈ, ਕਿਸੇ ਦੇ ਹੱਥ ਪੈਰ ਟੁੱਟ ਜਾਂਦੇ ਜੀ। ਥਲ ਥਲ ਰੋਕੇ ਦਲ ਖਲ ਟੋਕੇ ਖਲ ਪਲ ਹੋਵਾ ਹੱਥ ਪੈ ਜੋਵਾ ਔਰ ਹੁਣ ਥਾਂ ਥਾਂ ਤੇ ਵੈਰੀ ਸਿੰਘਾਂ ਨੂੰ ਰੋਕਦਾ ਹੈ ਤੇ ਖਸਿਗ ਜਿਹੜੇ ਹਨ ਦਲ ਜਿਹੜਾ ਹੈ ਉਹਨਾਂ ਮੂਰਖਾਂ ਨੂੰ ਮਾਰਦਾ ਹੋਇਆ, ਉਹਨਾਂ ਵਿੱਚ ਖਲਬਲੀ ਮਚਾਉਂਦਾ ਹੋਇਆ, ਡਰਾਉਂਦਾ ਹੋਇਆ ਮਾਰਦਾ ਜਾ ਰਿਹਾ ਹੈ। ਰਨ ਮੇ ਮਾਰੇ ਸੋ ਪਟ ਕਰਾਰੇ ਵੱਡ ਬਰਿਆਰੇ ਡਰਤ ਨਾ ਟਾਰੇ ਇਉਂ ਜੰਗ ਦੇ ਮੈਦਾਨ ਵਿੱਚ ਬਹੁਤ ਸਾਰੇ ਸੂਰਬੀਰ ਯੋਧੇ ਮਾਰੇ ਜਾ ਰਹੇ ਹਨ। ਗੁਰੂ ਪਿਆਰਿਓ ਸੁਪਟ ਕਰਾਰੇ ਭਾਵ ਯੋਧੇ ਵੱਡ ਬਰਿਆਰੇ ਜਿਹੜੇ ਆਪਣੇ ਆਪ ਨੂੰ ਬੜੇ ਬਲਵਾਨ ਸਮਝਦੇ ਸੀ,
ਜਿਹੜੇ ਟਾਲੀਆਂ ਟਲਦੇ ਨਹੀਂ ਸੀ ਜੰਗ ਤੋਂ, ਉਹ ਜੰਗ ਦੇ ਮੈਦਾਨ ਵਿੱਚ ਹੁਣ ਮਰਦੇ ਜਾ ਰਹੇ ਹਨ। ਝਟਪਟ ਜੁਟੇ ਕਟ ਕਟ ਕੁਟੇ, ਲੱਤ ਪੱਤ ਹੁੱਟੇ ਮੁਖ ਲਗ ਟੁੱਟੇ। ਝਟਪਟ ਜੁਟੇ ਭਾ ਬੜੀ ਤੇਜ਼ੀ ਨਾਲ ਜੰਗ ਹੋ ਰਹੀ ਹੈ, ਜੰਗ ਦਾ ਕੰਮ ਵੀ ਤੇਜ਼ੀ ਨਾਲ ਹੋਣਾ, ਦੁਸ਼ਮਣ ਨੂੰ ਟਾਈਮ ਨਹੀਂ ਦੇਣਾ ਮਾਰਨ ਦਾ, ਉਸ ਤੋਂ ਪਹਿਲਾਂ ਮਾਰੀਏ। ਦੋਨੇ ਪਾਸੇ ਉਹੀ ਸੋਚਦੇ ਆ। ਬੜੀ ਤੇਜ਼ੀ ਦੇ ਨਾਲ ਫੌਜਾਂ ਜੁੜੀਆਂ ਹੋਈਆਂ, ਕੱਟ ਕੱਟ ਕੁੱਟੇ, ਕਿਸੇ ਨੂੰ ਕੁੱਟਦੀਆਂ ਕਿਸੇ ਨੂੰ ਵੱਢਦੀਆਂ, ਲੱਟ-ਪੱਟ ਹੁੱਟੇ। ਇਸ ਤਰ੍ਹਾਂ ਗੁਰੂ ਪਿਆਰਿਓ ਕਮਰ ਤੇ ਕਮਰ ਕਸੇ ਕੱਟੇ ਗਏ ਲੋਕਾਂ ਦੇ, ਚਾਹੇ ਥੱਕੇ ਹੋਏ ਸਨ, ਮੁਖ ਲੱਗ ਟੁੱਟੇ, ਔਰ ਫਿਰ ਵੀ ਗੁਰੂ ਪਿਆਰਿਓ ਸਿੰਘਾਂ ਨੇ ਇਹਨਾਂ ਦੇ ਮੂੰਹ ਭੰਨ ਦਿੱਤੇ। ਸੱਟ ਪੱਟ ਤਾਏ ਰਕਤ ਪਿਗਾਏ, ਖੜਗ ਨਚਾਏ ਤਨ ਰਿਪ ਲਾਏ। ਸੱਟ ਪੱਟ ਬੜੀ ਤੇਜ਼ੀ ਨਾਲ ਦੌੜਦੇ ਹੋਏ ਤਲਵਾਰ ਚਲਾਉਂਦੇ ਐ, ਦੁਸ਼ਮਣ ਦੇ ਖੂਨ ਵਿੱਚ ਭਿਆ ਕਰਕੇ ਦੁਸ਼ਮਣ ਨੂੰ ਸਿੱਟ ਦਿੰਦੇ ਹਨ। ਗਹਿਤ ਕਮਾਨੇ ਤਨ ਖਰ ਬਾਨੇ। ਇਸ ਤਰ੍ਹਾਂ ਹੱਥ ਵਿੱਚ ਫਿਰ ਹੁਣ ਸਿੱਖਾਂ ਨੇ, ਜਿਨ੍ਹਾਂ ਕੋਲੇ ਕਮਾਨ ਸੀ, ਉਹਨਾਂ ਨੇ ਤੀਰ ਕਮਾਨ ਫੜ ਲਏ ਜੀ। ਕਰ ਬਲ ਤਨ ਹੈ ਤਖਤ ਨਿਸ਼ਾਨ ਹੈ। ਔਰ ਬੜੀ ਤੇਜ਼ੀ ਦੇ ਨਾਲ, ਤਾਕਤ ਦੇ ਨਾਲ ਦੁਸ਼ਮਣ ਵੱਲ ਦੇਖਦੇ ਐ, ਨਿਸ਼ਾਨਾ ਬਣਾਉਂਦੇ ਹਨ। ਰਿਪ ਗਨਹਾਨੇ ਲਗਤ ਕੀ ਕਾਨਕ। ਉਹ ਫੌਜਾਂ ਦਾ ਛੱਡਿਆ ਹੋਇਆ ਜਿਹੜਾ ਤੀਰ ਹੈ, ਕਦੇ ਦੁਸ਼ਮਣ ਦੇ ਵੱਜਦਾ, ਕਦੇ ਘੋੜੇ ਦੇ ਵੱਜਦਾ, ਤੇ ਜਿਹਦੇ ਵੀ ਵੱਜਦਾ ਕਦੇ ਸੁਕਰਾਨੇ ਤਜਤ ਨਾ ਖਾਨੇ। ਉਹ ਬਚਦਾ ਨਹੀਂ, ਉਹਦੇ ਪ੍ਰਾਣ ਇਹ ਤੀਰ ਲੈ ਲੈਂਦਾ ਹੈ, ਥਾਂ ਤੇ ਮਾਰ ਦਿੰਦਾ ਜੀ। ਹੋਏ ਹੱਥ ਵੱਥੈ ਕਿਲਤ ਪਲਥੈ। ਇਸ ਤਰ੍ਹਾਂ ਹੁਣ ਫੌਜਾਂ ਇੱਕ ਦੂਜੇ ਦੇ ਨੇੜੇ ਪਹੁੰਚ ਗਈਆਂ। ਪਹਿਲਾਂ ਦੂਰੋਂ ਗੋਲੀਆਂ ਚਲਾਈਆਂ, ਤੀਰ ਚਲਾਏ, ਹੁਣ ਨੇੜੇ ਆ ਗਈਆਂ, ਹੱਥੋਂ ਹੱਥੀ ਪੈ ਗਏ, ਹੱਥ ਪਲੱਥੇ। ਜਿਵੇਂ ਗਮਾਨੋ ਗੱਤਕੇ ਦੀ ਬਾਜੀ ਖੇਡਦੇ ਹੁੰਦੇ ਹਨ, ਇਉਂ ਇੱਕ ਦੂਜੇ ਨੂੰ ਢਾਉਣ ਲੱਗੇ ਜੀ। ਗਹਿ ਗਹਿ ਮੱਥੇ ਬਹੁ ਬਲ ਸਥੈ। ਔਰ ਕਿਸੇ ਨੂੰ ਹੱਥਾਂ ਤੋਂ ਫੜ ਕੇ ਹੀ ਇੱਕ ਦੂਜੇ ਨਾਲ ਜ਼ੋਰ ਕਰਦੇ ਹੋਏ ਧਰਤੀ ਤੇ ਸਿੱਟ ਕੇ ਮਾਰਨਾ ਚਾਹੁੰਦੇ ਹਨ। ਮੇਰੇ ਲਲਕਾਰਤ ਸਿਪਰ ਸੰਭਾਰਤ। ਔਰ ਕਿਸੇ ਨੇ ਹੱਥ ਵਿੱਚ ਢਾਲ ਫੜ ਲਈ ਹੈ ਤੇ ਲਲਕਾਰਾ ਮਾਰਦੇ ਹੋਏ ਦੁਸ਼ਮਣ ਨੂੰ ਕਹਿੰਦੇ ਹਨ, ਖੜਗ ਪਹਾਰਤ ਕਟ ਕਟ ਡਾਰਤ। ਆਜਾ ਆਜਾ, ਤੈਨੂੰ ਮੈਂ ਪੁੱਛਦਾ, ਮੈਂ ਦੱਸਦਾ। ਐਡਾ ਰੌਲਾ ਪਾਉਂਦੇ ਹੋਏ ਜਕਾਰੇ ਛੱਡਦੇ, ਦੁਸ਼ਮਣ ਦੀ ਤਲਵਾਰਾਂ ਮਾਰਦੇ ਹੋਏ ਕੱਟ ਕੱਟ ਕੇ ਸਿੱਟਣ ਲੱਗੇ ਜੀ। ਤੁਪਕ ਕੜਕ ਹੈ ਹੱਥੇ ਸੋ ਤੱਕ ਹੈ। ਔਰ ਬੰਦੂਕ ਛੱਡ ਦਿੰਦੇ ਹਨ, ਵਿੱਚ ਵਿੱਚ ਕਾਰ ਕਾਰ ਕਰਦੀਆਂ ਗੋਲੀਆਂ ਦੁਸ਼ਮਣ ਦੇ ਲੱਗਦੀਆਂ ਹਨ। ਮੇਰੇ ਪੱਟ ਪ੍ਰੇਰਤ ਕਿਤ ਕਿਤ ਟੇਰਤ। ਔਰ ਇਸ ਤਰ੍ਹਾਂ ਦੁਸ਼ਮਣ ਜਿਹੜਾ ਹੈ ਪ੍ਰੇਰਿਆ ਹੋਇਆ ਪ੍ਰੇਸ਼ਰ ਦਾ, ਮੌਤ ਦਾ ਸਾਹਮਣੇ ਆਉਂਦਾ ਹੈ, ਔਰ ਖਾਲਸਾ ਜਿਹੜਾ ਉਹਨਾਂ ਨੂੰ ਵੜ ਵੜ ਕੇ ਸਿੱਟੀ ਜਾਂਦਾ ਹੈ। ਹੈ ਬਰ ਫੇਰਤ ਰਿਪ ਹੱਥ ਗੇਰਤ। ਔਰ ਘੋੜ ਸਵਾਰ ਫੌਜਾਂ ਜਿਹੜੀਆਂ ਘੋੜੇ ਨੂੰ ਇਧਰ ਉਧਰ ਘੁਮਾ ਕੇ ਦੁਸ਼ਮਣ ਨੂੰ ਮਾਰ ਦਿੰਦੀਆਂ ਹਨ। ਸੋ ਪਟ ਨਬੇਰਤ ਰਿਸ ਤ੍ਰਿਗ ਹਿਰਤ। ਇਸ ਤਰ੍ਹਾਂ ਗੁਰੂ ਪਿਆਰਿਓ, ਗੁਰੂ ਕੀਆਂ ਫੌਜਾਂ ਨੇ ਪਹਾੜੀਆਂ ਨੂੰ ਨਿਬੇੜਨਾ ਕੀਤਾ ਹੋਇਆ, ਜਿਵੇਂ ਜ਼ਿਮੀਂਦਾਰ ਪੱਕੀ ਹੋਈ ਕਣਕ ਦੀਆਂ ਵੜ ਵੜ ਸਥਰੀਆਂ ਲਾਉਂਦਾ ਹੈ। ਦੋਹਰਾ ਆਦਿਕ ਬ੍ਰਿੰਦ ਕੋ ਕ੍ਰੋਧ ਕਰ, ਜੁਦ ਮਤ ਬਰੁੱਧ। ਇਸ ਤਰ੍ਹਾਂ ਬੜੀ ਭਾਵੁਕਤਾ ਦੇ ਨਾਲ, ਬੜੇ ਜੋਸ਼ ਦੇ ਨਾਲ, ਬੜੇ ਕ੍ਰੋਧ ਦੇ ਨਾਲ ਗੁਰੂ ਕੀਆਂ ਫੌਜਾਂ ਜੰਗ ਦੇ ਮੈਦਾਨ ਵਿੱਚ ਰੁੱਝੀਆਂ ਹੋਈਆਂ। ਜਨ ਦੂਜੋ ਭਾਰਤ ਪਿਓ ਲੜਤ ਵੀਰ ਬੁੱਧ ਸੁਧ। ਔਰ ਅੱਜ ਦੇ ਇਸ ਨਿਰਮੋਹੀ ਦੇ ਜੰਗ ਨੂੰ ਦੇਖ ਕੇ ਆਏ ਲੱਗਦਾ ਜਿਵੇਂ ਦੂਸਰਾ ਮਹਾਭਾਰਤ ਹੋ ਰਿਹਾ ਹੋਵੇ। ਉਹਦੇ ਸਿੰਘ ਯਾਰ ਧਰਮ ਸਿੰਘ ਭੱਟ ਸਾਹਿਬ ਸਿੰਘ ਸੰਭਾਰੇ। ਭਾਈ ਉਦੈ ਸਿੰਘ, ਧਰਮ ਸਿੰਘ, ਸਹਿਬ ਸਿੰਘ ਆਦਿ ਇਹਨਾਂ ਨੇ ਧੁਰਖ ਖਿੱਚ ਲਏ। ਮੋਹਕਮ ਸਿੰਘ ਟੇਕ ਸਿੰਘ ਮਿਲ ਕੇ ਈਸ਼ਰ ਸਿੰਘ ਪ੍ਰਹਾਰੇ। ਭਾਈ ਮੋਹਕਮ ਸਿੰਘ, ਟੇਕ ਸਿੰਘ ਤੇ ਈਸ਼ਰ ਸਿੰਘ, ਇਹਨਾਂ ਕੋਲ ਵੀ ਕਮਾਨ ਹਨ। ਆਲਮ ਸਿੰਘ ਤਜੇ ਸਰਖਾ ਗਨ, ਦਇਆ ਸਿੰਘ ਗੁਰ ਤੀਰੰ। ਔਰ ਆਲਮ ਸਿੰਘ ਵੀ ਤੀਰ ਛੱਡ ਰਿਹਾ ਤੇ ਭਾਈ ਦਇਆ ਸਿੰਘ ਦੇ ਕੋਲ ਵੀ ਤੀਰ ਕਮਾਨ ਹੈ। ਸਾਹਿਬ ਚੰਦ ਵੀਰ ਰਸ ਮਾਤਾ ਗਿਨੇ ਨਾ ਰਿਪ ਕੋ ਵੀਰੰ। ਭਾਈ ਆਲਮ ਸਿੰਘ ਜਿਹੜਾ ਹੈ ਤੇ ਭਾਈ ਦਇਆ ਸਿੰਘ ਤੇ ਭਾਈ ਸਾਹਿਬ ਚੰਦ, ਇਹ ਜਿਹੜੇ ਹਨ ਗੁਰੂ ਸਾਹਿਬ ਦੇ ਕੋਲ ਖੜੇ ਹਨ। ਉਥੋਂ ਸੂਰਮਿਆਂ ਵਿੱਚ ਤੀਰ ਛੱਡ ਰਹੇ ਹਨ। ਸਾਹਿਬ ਚੰਦ ਵੀ ਵੀਰ ਰਸ ਮਾਤਾ, ਮਾਤਾ ਹੁੰਦਾ ਮਸਤ ਹੋਇਆ,
ਵੀਰ ਰਸਤੇ ਵਿੱਚ ਮਸਤ ਸਾਹਿਬ ਸਿੰਘ ਵੀ ਸਾਹਿਬ ਚੰਦ ਜਿਹੜਾ ਹੈ ਇਹ ਵੀਰ ਰਸਤੇ ਨਾਲ ਦੁਸ਼ਮਣਾਂ ਨੂੰ ਮਾਰ ਰਿਹਾ ਹੈ ਜੀ। ਬਖਸ਼ ਸਿੰਘ ਬਖਸ਼ੀਸ਼ ਸਿੰਘ ਦਵੈ ਫਤਿਹ ਸਿੰਘ ਅਰਫੀਰਾ। ਬਖਸ਼ ਸਿੰਘ ਬਖਸ਼ੀਸ਼ ਸਿੰਘ ਇਹ ਦੋਨੇ ਭਰਾ ਸਨ ਔਰ ਫਤਿਹ ਸਿੰਘ ਜੀ ਇਤਿਆਦਿਕ ਸਭ ਸਿੰਘ ਬਨੇ ਕੋ ਕ੍ਰੋਧ ਤੇਰੇ ਦੇ ਕਨੇਰਾ। ਇਹ ਚੜ੍ਹਦੀ ਕਲਾ ਦੇ ਸਿੰਘ ਗੁਰੂ ਕੇ ਮੈਂ ਸਾਰਿਆਂ ਦੇ ਨਾਂ ਤਾਂ ਨਹੀਂ ਲੈ ਸਕਦਾ, ਭਾਈ ਸਾਹਿਬ ਕਹਿੰਦੇ, ਪਰ ਇਹਨਾਂ ਦੋਨਿਆਂ ਨੇ ਐਸੀ ਤਰਥੱਲੀ ਮਚਾਈ ਹੈ ਦੁਸ਼ਮਣ ਦੀ ਫੌਜ ਵਿੱਚ। ਉਤ ਤੇ ਭੂਪ ਚੰਦ ਹਡੋਰੇ ਵੀਰ ਸਿੰਘ ਜਸਪਾਲੇ। ਔਰ ਉਧਰੋਂ ਪਹਾੜੀਆਂ ਦੇ ਰਾਜੇ ਵਿੱਚ ਆ ਕੇ ਲੜ ਰਹੇ ਹਨ, ਹਡੂਰੀਆ ਤੇ ਜਸਪਾਲੀਆ। ਭੀਮ ਚੰਦ ਪ੍ਰੇਰੇ ਸਭ ਰਾਜੇ ਦੇ ਧੀਰ ਵਿਸਾਲੇ। ਔਰ ਭੀਮ ਚੰਦ ਜਿਹੜਾ ਹੈ ਇਹਨਾਂ ਰਾਜਿਆਂ ਨੂੰ ਤੇ ਰਾਜਿਆਂ ਦੀਆਂ ਫੌਜਾਂ ਨੂੰ ਅੱਗੇ ਕਰਕੇ ਲੜਾ ਰਿਹਾ ਹੈ ਜੀ। ਰਾਣੇ ਗਣ ਮੀਏ ਜਨ ਸੰਗਿਆ ਮਿਲੇ ਹਜ਼ਾਰੋਂ ਆਏ। ਬਹੁਤ ਸਾਰੇ ਰਾਜੇ ਜਿਨ੍ਹਾਂ ਨੂੰ ਮੀਏ ਕਿਹਾ ਜਾਂਦਾ ਸੀ ਉਹ ਵੀ ਬਹੁਤ ਆਕੇ ਵਿੱਚ ਰਲ ਗਏ ਹਨ। ਸੈਨਾ ਸਕਲ ਗ੍ਰੀਸ਼ਨ ਕੇਰੇ ਬਹੁਰ ਪਰਜਾ ਸਮੁਦਾਏ। ਇਸ ਤਰ੍ਹਾਂ ਗੁਰੂ ਪਿਆਰਿਓ ਪਹਾੜੀ ਰਾਜਿਆਂ ਦੀ ਫੌਜ ਵੀ ਬਹੁਤ ਹੈ ਤੇ ਇਹਨਾਂ ਨੇ ਪਿੰਡਾਂ ਦੇ ਨੌਜਵਾਨ ਪਰਜਾ ਵੀ ਇਕੱਠੀ ਕਰ ਲਈ ਆ। ਕੋਪ ਕਟੋਚੀ ਅਰ ਚੰਬਿਆਲੇ ਕੁੱਲੂ ਕੈਥਲ ਵਾਲੇ। ਚੰਬੇ ਦਾ ਰਾਜਾ ਕਟੋਚੀਆ ਕੁੱਲੂ ਤੇ ਕੈਥਲ ਵਾਲੇ। ਮਿਲ ਗੁਲੇਰੀਆ ਗੁੱਜਰ ਰੰਗੜਾ ਜਿੱਤ ਕਿਤੇ ਆਏ ਵਿਸਾਲੇ। ਔਰ ਗੁਲੇਰ ਵਾਲਾ ਰਾਜਾ ਗੁੱਜਰ ਰੰਗੜ ਆਦਿ ਇਹਨਾਂ ਭੀਮ ਚੰਦ ਨੇ ਸਾਰਿਆਂ ਨੂੰ ਇਕੱਠੇ ਕਰ ਲਿਆ, ਕਿਉਂਕਿ ਵਿਉਂਤ ਬਣਾਈ ਸੀ ਬਈ ਜਦੋਂ ਇਹ ਕਿਲਾ ਛੱਡਣਗੇ ਆਪਾਂ ਇੱਕ ਥਾਂ ਤੇ ਇਕੱਠੇ ਹੋ ਕੇ ਬੈਠ ਜਾਓ ਤੇ ਜਦੋਂ ਇਹ ਬਾਹਰ ਆਉਣਗੇ ਫਿਰ ਆਪਾਂ ਹਮਲਾ ਕਰ ਦਿਆਂਗੇ। ਇਹਨਾਂ ਨੇ ਅੰਦਰ ਖਾਤੇ ਵਿਉਂਤ ਬਣਾਈ ਸੀ, ਭਾਵੇਂ ਸਤਿਗੁਰ ਜਾਣਦੇ ਸੀ ਪਰ ਫਿਰ ਵੀ ਸਤਿਗੁਰਾਂ ਨੇ ਕਿਲਾ ਛੱਡ ਦਿੱਤਾ। ਗਿਨੋ ਗਿਰੀਸ਼ਨ ਕੀਰਤਕ ਸੰਗਿਆ 22 ਧਾਰਨ ਆਏ। ਕਿਉਂ 22 ਧਾਰਨ ਦੇ ਸਾਰੇ ਰਾਜੇ ਔਰ ਉਹਨਾਂ ਦੀਆਂ ਫੌਜਾਂ ਆ ਗਈਆਂ ਜੀ। ਬਾਜਤ ਢੋਲ ਬੋਲ ਲਲਕਾਰੇ ਟੋਲ ਟੋਲ ਹੋਏ ਤਾਏ। ਔਰ ਢੋਲ ਵਜਾਉਂਦੇ ਲਲਕਾਰੇ ਮਾਰਦੇ ਟੋਲ ਟੋਲ ਭਾਵ ਟੋਲੀਆਂ ਦੇ ਵਿੱਚ 50 ਦੀ 25 ਦੀ 20 ਦੀ ਇਉਂ ਟੋਲੀਆਂ ਦੇ ਵਿੱਚ ਪਹਾੜੀਏ ਅੱਗੇ ਵਧ ਰਹੇ ਹਨ। ਜੁਦੇ ਜੁਦੇ ਨਿਜ ਮਿਸਲ ਬੰਦ ਕਰ ਸਮੁਖ ਖਾਲਸੇ ਹੋਏ। ਔਰ ਮਿਸਲ ਹੁੰਦਾ ਟੁਕੜੀਆਂ ਬਣਾਉਣੀਆਂ, ਇੱਕ ਜਰਨੈਲ ਨਾਲ 200 ਫੌਜੀ ਦੇਤੇ, ਇੱਕ ਜਰਨੈਲ ਨਾਲ 100 ਫੌਜੀ ਦੇਤੇ, ਇਉਂ ਮਿਸਲਾਂ ਬਣਾ ਕਰਕੇ ਜੁਦੇ ਜੁਦੇ ਹੋ ਕੇ ਖਾਲਸੇ ਨਾਲ ਲੜਨ ਲੱਗੇ ਜੀ। ਬਜੋ ਲੋ ਸੋ ਲੋ ਕਰਾਰਾ ਕੀਤਕ ਧਰਮ ਰਸੋਏ। ਬੜਾ ਲੋਹੇ ਤੇ ਲੋਹਾ ਖੜਕੀ ਹੈ, ਵੇਖਣ ਨੂੰ ਆਏ ਲੱਗਦਾ ਜਿਵੇਂ ਕਿ ਇਹ ਦੂਸਰਾ ਜਿਹੜਾ ਹੈ ਕੁਰਸ਼ੇਤਰ ਦਾ ਜੰਗ ਹੋ ਰਿਹਾ ਹੋਵੇ। ਲੋਤਰ ਤੇ ਪੂਰਨ ਥਲ ਹੋਵਾ ਕੀਤਕ ਪਰੇ ਕਰਾਏ। ਔਰ ਇਉਂ ਨਿਰਮੋਹੀ ਦਾ ਇਲਾਕਾ ਜਿਹੜਾ ਹੈ ਕਿਲਾ ਅਨੰਦਪੁਰ ਸਾਹਿਬ ਤੋਂ ਬਾਹਰ ਔਰ ਸਰਸਾ ਨਦੀ ਤੋਂ ਪਹਿਲਾਂ ਵਿਚਾਲੇ ਇਹ ਸਾਰੇ ਇਕੱਠੇ ਹੋ ਕੇ ਬੈਠੇ ਸਨ ਹਮਲਾ ਕਰਨ ਦੇ ਲਈ। ਔਰ ਧਰਤੀ ਜਿਹੜੀ ਹੈ ਲੋਥਾਂ ਦੇ ਨਾਲ ਭਰਨ ਲੱਗੀ ਹੈ। ਜਿਹੜੇ ਜ਼ਖਮੀ ਹੋ ਗਏ ਹਨ, ਤੁਰਿਆ ਜਾਂਦਾ ਨਹੀਂ, ਹੱਥ ਪੈਰ ਵੱਢੇ ਗਏ, ਉਹ ਉੱਥੇ ਹੀ ਕਰਾ ਰਹੇ ਹਨ, ਬਿਲਕ ਰਹੇ ਹਨ। ਕੀਤਕ ਜਲ ਜਾਚਤ ਦੁਖ ਯਾਰਤ ਬਜੀ ਬੰਦੂਕ ਮਹਾ ਹੈ। ਕਿਸੇ ਦੇ ਬੰਦੂਕ ਦੀ ਗੋਲੀ ਬਚੀ ਹੈ ਪਰ ਮਰਿਆ ਨਹੀਂ, ਉਹ ਪਾਣੀ ਮੰਗਦੇ ਹਨ। ਕ੍ਰੋਧਤ ਪਿਓ ਖਾਲਸਾ ਅਤਿਸ਼ੈ ਆਨ ਦੇ ਨਿਕਸਾਏ। ਔਰ ਖਾਲਸਾ ਬੜੇ ਜੋਸ਼ ਕਰੋਧ ਦੇ ਵਿੱਚ ਹੈ। ਇਹਨਾਂ ਦੁਸ਼ਟਾਂ ਨੇ ਗਊ ਦੀ ਸਹੁੰ ਪਾ ਕੇ ਸਾਨੂੰ ਅਨੰਦਪੁਰ ਚੋਂ ਕੱਢਿਆ ਹੈ ਤੇ ਹੁਣ ਕਪਟੀ ਦੁਸ਼ਟ ਅਨਸ਼ਟੀ ਕੰਟਕ ਮਾਰ ਮਾਰ ਉਤਲਾਏ। ਇਹਨਾਂ ਨੂੰ ਕਪਟੀਆਂ ਨੂੰ ਧੋਖੇਬਾਜ਼ਾਂ ਨੂੰ ਇਹਨਾਂ ਪਖੰਡੀ ਪਹਾੜੀਆਂ ਨੂੰ ਖਾਲਸੇ ਫਿਰ ਚੰਗੇ ਲੋਹੇ ਦੇ ਚਲੇ ਚਵਾਏ। ਇੱਕ ਪਾਸੇ ਗਊ ਦੀ ਸਹੁੰ ਪਾਉਂਦੇ ਹਨ, ਜਿਹੜੀ ਸਾਰੀ ਗੱਲ ਪਾਤਸ਼ਾਹ ਨੇ ਜਫਰਨਾਮੇ ਵਿੱਚ ਲਿਖ ਕੇ ਭੇਜੀ। ਉਹਨਾਂ ਨੇ ਵੀ ਕੁਰਾਨਾਂ ਦੀਆਂ ਸਹੁੰ ਪਾਈਆਂ ਸੀ, ਇਹਨਾਂ ਨੇ ਗਾਂ ਦੀਆਂ ਪਾਈਆਂ ਸੀ। ਕਹਿਣ ਲੱਗੇ ਹੁਣ ਖਾਲਸੇ ਨੇ ਇਹਨਾਂ ਕਪਟੀਆਂ ਨੂੰ ਧੋਖੇਬਾਜ਼ਾਂ ਨੂੰ ਪਾਪੀਆਂ ਦੁਸ਼ਟਾਂ ਨੂੰ ਚੰਗੀ ਮਾਰ ਮਾਰੀ ਹੈ ਤੇ ਮਾਰ ਮਾਰ ਕੇ ਮੂੰਹ ਮੂੰਹ ਸਿੱਟੇ ਹਨ। ਕਿਰਪਾ ਸਿੰਧ ਕਾਲੀ ਤਬ ਕੜਕੀ ਸ਼੍ਰੋਣਤ ਪਾਣੀ ਕਰੰਤੀ। ਔਰ ਇਧਰ ਕਿਰਪਾ ਸਿੰਧ ਕਾਲੀ ਤਬ ਕੜਕੀ, ਇੱਥੇ ਕਾਲੀ ਕੋਈ ਦੇਵੀ ਨਹੀਂ ਕੜਕੀ, ਇੱਥੇ ਤਲਵਾਰ ਦਾ ਹੀ ਨਾਮ ਕਾਲੀ ਹੈ। ਐਸੀ ਕਿਰਪਾ ਕਰਨ ਵਾਲੀ ਕਿਰਪਾਨ ਜੋ ਖਾਲਸੇ ਤੇ ਕਿਰਪਾ ਕਰਦੀ ਹੈ ਦੁਸ਼ਮਣ ਨੂੰ ਮਾਰਨ ਦੇ ਲਈ। ਇਸ ਤਰ੍ਹਾਂ ਗੁਰੂ ਪਿਆਰਿਓ ਮਾਨੋ
ਕਾਲੀ ਜਿਹੜੀ ਆ ਖੂਨ ਪੀਣ ਲਈ ਆ ਗਈ ਹੋਵੇ। ਹਰ ਹਰ ਹਸਤ ਦੰਤ ਤੇ ਚਰਬਤ ਹਾਡਣ ਮਾਸ ਪਕੰਤੇ। ਇੱਕ ਸੀਨ ਖਿੱਚਿਆ ਹੈ ਭਾਈ ਸਾਹਿਬ ਨੇ, ਉੱਥੇ ਕੋਈ ਖੂਨ ਪੀਣ ਵਾਲੀਆਂ ਨਹੀਂ ਆਈਆਂ, ਪਰ ਜੰਗ ਦਾ ਮੈਦਾਨ ਐਸਾ ਭਿਆਨਕ ਹੋ ਗਿਆ ਜਿਵੇਂ ਉੱਥੇ ਖੂਨ ਪੀਣੀਆਂ ਜਿਹੜੀਆਂ ਹੁੰਦੀਆਂ ਇਹ ਕਾਲੀ ਵਰਗੀਆਂ ਜੋਗਣੀਆਂ ਆਦਿ ਫਿਰਦੀਆਂ ਹੋਣ। ਤੇਰੇ ਜੋਗਨੀ ਵਾਲ ਖਿਲਾਰਤ ਬੀਪੀ ਰਕਤ ਡਕਾਰੇ। ਔਰ ਇੰਨਾ ਖੂਨ ਹੋ ਗਿਆ, ਇੰਨਾ ਖੂਨ ਹੋ ਗਿਆ, ਲੱਗਦਾ ਖੂਨ ਪੀ ਪੀ ਵੀ ਰੱਜ ਗਈਆਂ। ਇੱਕ ਬਾਣੀ ਵਿੱਚ ਭਜਨ ਆਉਂਦਾ ਹੈ, ਉਹਦੇ ਬਾਰੇ ਕਈ ਵਾਰੀ ਆਪਾਂ ਨੂੰ ਭੁਲੇਖਾ ਪੈ ਜਾਂਦਾ ਹੈ ਕਿ ਕੌਰਵਾਂ ਦਾ ਇੰਨਾ ਮਾਸ ਹੋ ਗਿਆ, ਦੇਹੀ ਗਿਰਜ ਖਾਈ। ਹੁਣ ਇਹ ਨਹੀਂ ਸਮਝ ਆਉਂਦੀ ਵੀ ਨੰਨਾ ਇੱਧਰ ਲਾਈਏ ਕਿ ਇੱਧਰ ਲਾਈਏ, ਕਿ ਇਹਦਾ ਮਤਲਬ ਬਣਿਆ ਕਿ ਦੇਹੀਆਂ ਜਿਹੜੀਆਂ ਸੀ ਕੌਰਵਾਂ ਦੀਆਂ ਕੁਰਸ਼ੇਤਰ ਦੇ ਜੰਗ ਵਿੱਚ ਗਿਰਜਾਂ ਨੇ ਖਾਧੀਆਂ ਨਹੀਂ ਜਾਂ ਫਿਰ ਖਾਧੀਆਂ। ਤੇ ਇਸ ਵਿਸ਼ੇ ਤੇ ਕਹਿੰਦੇ ਬਾਬਾ ਦੀਪ ਸਿੰਘ ਦੇ ਭਾਈ ਮਨੀ ਸਿੰਘ ਜੀ ਨੇ ਵਿਚਾਰ ਕੀਤੀ ਇੱਕ ਦਿਨ। ਬਾਬਾ ਦੀਪ ਸਿੰਘ ਜੀ ਕਹਿੰਦੇ ਇਹ ਤਾਂ ਇਹ ਲਿਖਿਆ ਲੱਗਦਾ ਹੈ ਬਈ ਜਿਵੇਂ ਗਿਰਜਾਂ ਨੇ ਮਾਸ ਖਾਧਾ ਨਹੀਂ, ਦੇਹੀ ਗਿਰਜ ਨਾ ਖਾਈ, ਅਸੀਂ ਏਦਾਂ ਪੜ੍ਹ ਦਿੰਦੇ ਆ। ਕਹਿੰਦੇ ਭਾਈ ਮਨੀ ਸਿੰਘ ਜੀ ਕਹਿੰਦੇ ਗੱਲ ਤੁਹਾਡੀ ਵੀ ਸਹੀ ਹੈ, ਤੇ ਇਹਦਾ ਦੂਸਰਾ ਅਰਥ ਵੀ ਪੈਂਦਾ ਹੈ ਕਿ ਉਹਨਾਂ ਕੌਰਵਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਆਇਆ ਔਰ ਉਹਨਾਂ ਦੀਆਂ ਦੇਹੀਆਂ ਗਿਰਜਾਂ ਨੇ ਖਾਧੀਆਂ, ਪਰ ਉਹ ਵੀ ਪੂਰਾ ਖਾ ਨਹੀਂ ਸਕੀਆਂ, ਢਕਾਰ ਮਾਰਦੀਆਂ ਉੱਡ ਗਈਆਂ ਰੱਜ ਕੇ। ਇੰਨਾ ਉੱਥੇ ਮਾਸਪੁਰੀ ਬਣ ਗਈ ਹੈ ਕੁਰਸ਼ੇਤਰ ਦੇ ਜੰਗ ਵਿੱਚ ਕਿ ਗਿਰਜਾਂ ਵੀ ਉਸ ਮਾਸ ਨੂੰ ਮੁਕਾ ਨਹੀਂ ਸਕੀਆਂ। ਮਤਲਬ ਇਹ ਬਣਿਆ ਗਿਰਜ ਦਾ ਕੰਮ ਹੈ ਮਾਸ ਖਾਣਾ, ਪਰ ਕਿੰਨਾ ਖਾਈ ਜਾਵੇ। ਤੋ ਇਸ ਕਰਕੇ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਜੀ ਦੀ ਇਹ ਵਿਚਾਰ ਹੈ ਦੋਨਾਂ ਦੀ ਕਿ ਇੱਕ ਸਿੱਖ ਕਹਿੰਦਾ ਹੈ ਕਿ ਦੇਹੀ ਗਿਰਜਾਂ ਨੇ ਨਹੀਂ ਖਾਧੀ, ਤਾਂ ਦੂਸਰਾ ਸਿੱਖ ਕਹਿਣ ਲੱਗਿਆ ਖਾਧੀ ਪਰ ਸਾਰੀ ਨਹੀਂ ਖਾ ਸਕੇ, ਉੱਥੇ ਇੰਨਾ ਲੋਥਾਂ ਭਰ ਗਈਆਂ। ਤੋ ਇੱਥੇ ਵੀ ਇਹੀ ਕਹਿੰਦੇ ਹਨ ਕਿ ਜੰਗ ਦੇ ਮੈਦਾਨ ਵਿੱਚ ਜਿਹੜੀਆਂ ਖੂਨ ਪੀਣੀਆਂ ਜੋਗਣੀਆਂ ਡਾਕਣੀਆਂ ਆਦਿ ਬਾਲ ਖਿਲਾਰ ਕੇ ਨੱਚਦੀਆਂ ਫਿਰਦੀਆਂ ਤੋਂ ਉਹਨਾਂ ਨੂੰ ਦੀ ਖੁਰਾਕ ਮਿਲ ਗਈ। ਆਖੋ ਸਤਿਨਾਮ ਜੀ ਵਾਹਿਗੁਰੂ। ਬਾਲ ਖਿੰਡੇ ਹੋਏ ਐ ਤੇ ਖੂਨ ਪੀ ਰਹੀਆਂ ਹਨ, ਢਕਾਰ ਮਾਰਦੀਆਂ। ਨਾਚਤ ਮੇਰੇ ਧਮਾਲ ਕੋ ਕਾਲਤ ਖੁਸ਼ੀ ਕਰੇ ਪਰਵਾਰੇ। ਔਰ ਕਹਿੰਦੇ ਇੱਕ ਵਾਰੀ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਕੋਲ ਗੁਰੂ ਪਿਆਰਿਓ ਆ ਗਿਆ ਕਲਯੁਗ, ਔਰ ਉਹਦੇ ਨਾਲ ਕਲਹ ਆ ਗਈ ਹੈ। ਇੱਕ ਦਰਿਆ ਨੂੰ ਸਤਿਗੁਰੂ ਨਾਨਕ ਦੇਵ ਜੀ ਪਾਰ ਕਰ ਰਹੇ ਨੇ ਉੱਪਰ ਪਾਣੀ ਦੇ ਚੱਲਦੇ ਹੋਏ, ਤੇ ਅੱਗੋਂ ਇੱਕ ਭਿਆਨਕ ਮੂੰਹ ਟੰਡਿਆ ਹੋਇਆ ਵਿਰਾਟ ਸਰੂਪ ਮਰਦਾਨੇ ਵੱਲ ਨੂੰ ਆ ਰਿਹਾ। ਮਰਦਾਨਾ ਕਹਿਣ ਲੱਗਿਆ ਜੀ ਆਹ ਕੀ ਆ ਰਿਹਾ ਹੈ? ਕਹਿਣ ਲੱਗੇ ਮਰਦਾਨਿਆ ਜੋ ਵੀ ਆ ਰਿਹਾ ਹੈ ਇਹ ਆਪਾਂ ਨੂੰ ਖਾਣ ਵਾਸਤੇ ਆ ਰਿਹਾ ਹੈ। ਕੋ ਸਤਿਨਾਮ ਜੀ ਵਾਹਿਗੁਰੂ। ਤੇ ਮਰਦਾਨਾ ਕਹਿੰਦਾ ਬਾਬਾ ਜੀ ਫਿਰ ਪੁੱਠੇ ਮੁੜ ਗਏ, ਸਿੱਧੇ ਤੁਰੇ ਜਾਂਦੇ ਹੋ, ਖਾ ਜੂਗੀ ਆਪਾਂ ਨੂੰ ਕਲਹ। ਕਹਿੰਦੇ ਹੁਣ ਮਰਦਾਨੀ ਆਪਾਂ ਪੁੱਠੇ ਨਹੀਂ ਜਾ ਸਕਦੇ, ਇਹ ਭੱਜੀਆਂ ਨੂੰ ਵੀ ਛੱਡਣਾ ਨਹੀਂ ਇਸ ਨੇ। ਕੋ ਸਤਿਨਾਮ ਵਾਹਿਗੁਰੂ। ਫਿਰ ਹੁਣ ਕੀ ਕਰੀਏ? ਕਹਿੰਦੇ ਚੱਲ ਸਿੱਧਾ ਹੀ ਤੁਰੇ ਜਾ ਰਹੇ ਨੇ, ਤੇ ਪਾਣੀ ਵਿੱਚ ਵਗਦਾ ਹੋਇਆ ਇੱਕ ਡੰਡਾ ਆ ਗਿਆ 2 ਹੱਥ ਦਾ, ਤੇ ਪਾਤਸ਼ਾਹ ਨੇ ਚੜਾਵਾ ਮਾਰਿਆ ਜੁਗਤੀ ਜੀ ਨਾਲ, ਤੇ ਡੰਡਾ ਉਹਦੇ ਮੂੰਹ 'ਚ ਐਂ ਕਰਕੇ ਫਸ ਗਿਆ, ਤੇ ਨਾ ਮੂੰਹ ਬੰਦ ਹੁੰਦਾ ਤੇ ਨਾ ਖੁੱਲਦਾ। ਕੋ ਸਤਿਨਾਮ ਵਾਹਿਗੁਰੂ। ਤੇ ਇਤਨੇ ਪਾਤਸ਼ਾਹ ਪਰਲੇ ਕਿਨਾਰੇ ਆ ਗਏ ਬਾਬਾ ਨਾਨਕ ਜੀ, ਤੇ ਨਾਰਦ ਮੁਨੀ ਕਹਿੰਦੇ ਉਸ ਕਲਹ ਨੂੰ ਲੈ ਕੇ ਜਿਹਦਾ ਮੂੰਹ ਟੰਡਿਆ ਹੋਇਆ ਤੇ ਡੰਡਾ ਮੂੰਹ 'ਚ ਫਸ ਗਿਆ, ਹੁਣ ਬੋਲਿਆ ਨਹੀਂ ਜਾਂਦਾ। ਹੁਣ ਨਾਰਦ ਮੁਨੀ ਨੂੰ ਪੁੱਛਦੇ ਆ, ਕਹਿਣ ਲੱਗੇ ਵੀ ਕੀ ਗੱਲ ਆ, ਤੂੰ ਐਸਾ ਭਿਆਨਕ ਰੂਪ ਧਾਰਿਆ, ਤੂੰ ਕੌਣ ਹੈ ਤੇ ਕੌਣ ਹੈ? ਨਾਰਦ ਮੁਨੀ ਕਹਿਣਾ ਜੀ ਮੈਂ ਤਾਂ ਤੁਹਾਡਾ ਸੇਵਕ ਹੀ ਆ, ਪਰ ਇਹ ਹੈਗੀ ਆ ਕਲਹ। ਕਲਹ ਦਾ ਦੂਸਰਾ ਅਰਥ ਹੈ ਲੜਾਈ, ਤੇ ਲੜਾਈ ਸਾਡਾ ਖੂਨ ਹੀ ਪੀਂਦੀ ਆ। ਕੋ ਸਤਿਨਾਮ ਵਾਹਿਗੁਰੂ। ਕਹਿੰਦੇ ਵੀ ਇਹ ਕੀ ਮੰਗਦੀ ਆ? ਕਹਿੰਦੇ ਮਹਾਰਾਜ ਖੂਨ ਮੰਗਦੀ ਆ। ਔਰ ਇਹ ਕਹਿੰਦੀ ਮੈਂ ਬੜੀ ਪਿਆਸੀ ਆ, ਜੁਗ ਹੋ ਗਏ ਕੁਰਸ਼ੇਤਰ ਦਾ ਜਗ ਹੋਇਆ ਸੀਗਾ, ਉਦੋਂ ਖੂਬ ਰੱਜ ਕੇ ਖੂਨ ਪੀਤਾ ਸੀ, ਉਦੋਂ ਬਾਅਦ ਖੂਨ ਹੀ ਨਹੀਂ ਮਿਲਿਆਗਾ ਪੀਣ ਨੂੰ। ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਡੰਡਾ ਕੱਢ ਪਹਿਲਾਂ ਮੂੰਹ ਚੋਂ। ਉਹਦੇ ਮੂੰਹ ਚੋਂ ਡੰਡਾ ਕੱਢਿਆ। ਪਾਤਸ਼ਾਹ ਨੂੰ ਕਹਿੰਦੇ ਕੋਈ ਗੱਲ ਨਹੀਂ, ਫਿਕਰ ਨਾ ਕਰ, ਆ 6ਵੇਂ ਜਾਮੇ ਵਿੱਚ ਅਸੀਂ ਜੰਗ ਕਰਾਂਗੇ, ਜਿੰਨਾ ਮਰਜ਼ੀ ਪੀ ਲਈ। ਕੋ ਸਤਿਨਾਮ ਵਾਹਿਗੁਰੂ। ਉਸ ਤੋਂ ਬਾਅਦ 10ਵੇਂ ਜਾਮੇ ਵਿੱਚ ਤਾਂ ਤੇਰੇ ਵਾਸਤੇ ਸ਼ਹਿਬਰਾਂ ਲਾ ਦਿਆਂਗੇ ਖੂਨ ਦੀਆਂ ਮਾਸ ਦੀਆਂ, ਜਿੰਨਾ ਮਰਜ਼ੀ ਖਾ ਲਈ ਤੂੰ। ਇਸ ਕਰਕੇ ਇਹ ਜਿਹੜੀ ਸਾਖੀ ਹੈ ਨਾ, ਇਹਦੇ ਵਿੱਚ ਜੇ ਆਪਾਂ ਸਰੂਪ ਖਿੱਚਿਆ ਅੱਖਰਾਂ ਦੇ ਰਾਹੀਂ, ਤਾਂ ਮਤਲਬ ਹੈ ਕਿ ਇਹ ਸਾਡੀ ਜਿਹੜੀ ਕਲਹ ਹੈ, ਲੜਾਈ ਹੈ, ਇਹ ਖੂਨ ਪੀਂਦੀ ਆ। ਤੇ ਇੱਥੇ ਭਾਈ ਸਾਹਿਬ ਜੀ ਨੇ ਸੀਨ ਖਿੱਚਿਆ ਕਿ ਜੰਗ ਦੇ ਮੈਦਾਨ ਵਿੱਚ ਇੰਨਾ ਖੂਨ ਡੁੱਲਿਆ ਹੈ ਕਿ ਉਹ ਜੰਗ ਦੇ ਮੈਦਾਨ ਵਿੱਚ ਜੋਗਣੀਆਂ ਖੂਨ ਪੀਣੀਆਂ
ਡਾਂਕਣੀਆਂ ਆਦਿ ਪੀ ਪੀ ਕੇ ਰੱਜ ਗਈਆਂ ਤੇ ਬਾਲ ਖਿਲਾਰ ਕੇ ਨੱਚਦੀਆਂ ਫਿਰਦੀਆਂ ਜੰਗ ਦੇ ਮੈਦਾਨ ਵਿੱਚ ਐਦਾਂ ਦਾ ਰੂਪ ਹੋਇਆ ਹੈ ਜੀ। ਤੁਕ ਤੁਕ ਕੋਠੇ ਮਸਾਨ ਪੁਕਾਰੇ ਭੂਤ ਪ੍ਰੇਤ ਆਨੰਦੇ। ਔਰ ਗੁਰੂ ਪਿਆਰਿਓ ਗੁਰੂ ਕੀਆਂ ਫੌਜਾਂ ਦੇ ਹੱਥ ਵਿੱਚ ਫੜੇ ਹੋਏ ਪਲੀਤੇ ਧੁਖਦੇ ਹੋਏ ਜਿਹੜੇ ਹਨ ਮਨੁੱਖਾਂ ਨੂੰ ਚਲਾਉਣ ਵਾਲੇ ਉਹ ਵੀ ਡਿੱਗ ਪਏ ਹਨ ਔਰ ਧੁਖ ਧੁਖ ਕੇ ਉੱਥੇ ਅੱਗ ਲੱਗ ਗਈ ਹੈ। ਮਸਾਨ ਪੁਕਾਰੇ ਤੇ ਗੁਰੂ ਪਿਆਰਿਓ ਮਰੇ ਹੋਏ ਮਾਨੋ ਉੱਥੇ ਪੁਕਾਰਦੇ ਹਨ ਭੂਤ ਪ੍ਰੇਤ ਬਣ ਕੇ। ਕਾਲੇ ਬਜੇ ਭਵਾਲੀ ਲੈਤੇ ਕਾਲੀ ਬਾਲ ਬਨੰਦੇ। ਔਰ ਮਾਨੋ ਕੇ ਭੂਤਾਂ ਨੱਚ ਰਹੀਆਂ ਤਾਲੀਆਂ ਮਾਰ ਮਾਰ ਕੇ। ਬਰਿੰਦ ਬਰਿੰਦ ਡਾਕਰ ਡਕਰਾਏ ਕੰਕ ਕੰਕ ਕੇ ਕੂਕੈ। ਜੰਗ ਦੇ ਮੈਦਾਨ ਵਿੱਚ ਉੱਥੇ ਗੁਰੂ ਪਿਆਰਿਓ ਬਹੁਤ ਸਾਰੀਆਂ ਗਿਰਜਾਂ ਡਾਕਣੀਆਂ ਔਰ ਜਾਨਵਰ ਮਾਸ ਖਾਣ ਵਾਲੇ ਕਾਂ ਕੁੱਤੇ ਆਦि ਬਹੁਤ ਆ ਗਏ ਔਰ ਖਾ ਖਾ ਕੇ ਚੀਕਾਂ ਮਾਰਦੇ ਫਿਰਦੇ ਆਵੀ। ਸਿਆਲ ਪੁਕਾਰੇ ਸਵਾਨ ਖਾਤ ਪਲ ਬਰਿੰਦ ਬਰਿੰਦ ਹੋਏ ਟੁਕੈ। ਸਿਆਲ ਕਹਿੰਦੀ ਆ ਗਿੱਦੜ ਨੂੰ ਤੇ ਗਿੱਦੜ ਜਦੋਂ ਰੱਜ ਜਾਂਦਾ ਨਾ ਫਿਰ ਇਹ ਤੋਂ ਚੁੱਪ ਨਹੀਂ ਰਿਹਾ ਜਾਂਦਾ ਫਿਰ ਇਹ ਚੀਕਾਂ ਮਾਰਦਾ ਕਹਿੰਦੇ ਗਿੱਦੜ ਵੀ ਖਾ ਖਾ ਕੇ ਚੀਕਾਂ ਮਾਰਦੇ ਐ। ਕੁੱਤੇ ਵੀ ਇੱਕ ਦੂਜੇ ਨਾਲ ਲੜ ਕੇ ਲੋਥਾਂ ਨੂੰ ਖਿੱਚੀ ਫਿਰਦੇ ਹਨ। ਇਦਕ ਕਟੇ ਕਰ ਸੇਤ ਖੜਗ ਕੇ ਕਰੇ ਰੁੰਡ ਸਿਰ ਕਾਟੇ। ਉਹ ਜੰਗ ਦੇ ਮੈਦਾਨ ਵਿੱਚ ਕਿਤਨੇ ਹੀ ਪਹਾੜੀਏ ਵੱਡੇ ਪਏ ਹਨ। ਕਿਸੇ ਦਾ ਸਿਰ ਵੱਢਿਆ ਗਿਆ ਕਿਸੇ ਦਾ ਲੱਤ ਬਾਹ ਵੱਢੀ ਗਈ ਜੀ। ਪੱਗ ਜਾਨੂ ਤੇ ਕਾਟ ਕਾਟ ਕਰ ਸੋ ਪਟ ਗਿਰਨ ਕੇ ਡਾਟੇ। ਔਰ ਇਸ ਤਰ੍ਹਾਂ ਕਿਸੇ ਦਾ ਪੈਰ ਕਿਸੇ ਦਾ ਜਾਨੂ ਭਾਵ ਪੱਟ ਕੋਲੋਂ ਲੱਤ ਵੱਢੀ ਗਈ ਹੈ ਔਰ ਡਿੱਗੇ ਪਏ ਹਨ। ਛੋਟੇ ਮੋੜ ਲਗੇ ਗਨ ਗੁਲਕਾ ਜੋ ਹਾਡੀ ਪਟਕੰਤੇ। ਕਈਆਂ ਦੇ ਸਿਰ ਇਉਂ ਫਟ ਗਏ ਹਨ ਗੋਲੀਆਂ ਲੱਗ ਕੇ ਜਿਵੇਂ ਤੌੜਾ ਫੁੱਟ ਗਿਆ ਹੋਵੇ। ਟੁੰਡ ਵਡੇ ਕੇ ਫੁੱਟੇ ਲੋਚਨ ਪੁੰਜ ਪੁਕਾਰ ਕਰੰਤੇ। ਕਿਸੇ ਦੇ ਮੂੰਹ ਤਲਵਾਰ ਨਾਲ ਵੱਢੇ ਗਏ ਹਨ ਕਿਸੇ ਦੀਆਂ ਅੱਖਾਂ ਟੁੱਟ ਗਈਆਂ ਨਿਕਲ ਆਈਆਂ ਬਾਹਰ ਔਰ ਰੌਲਾ ਪਾ ਰਹੇ ਹਨ ਜ਼ਖਮੀ ਹੋਏ ਪਾਣੀ ਮੰਗਦੇ ਹਨ। ਕੋਮਰ ਸੇਲ ਸੈਤੀ ਸਾਗਨ ਖੈਚੇ ਖੜਗ ਮਿਆਨੋ। ਇਸ ਤਰ੍ਹਾਂ ਨੇਜੇ ਭਾਲੇ ਤਲਵਾਰਾਂ ਵਰਸ਼ੇ ਖਿੱਚ ਕੇ ਮਿਆਨਾਂ ਦੇ ਵਿੱਚੋਂ ਸਿੰਘਾਂ ਨੇ। ਆਦਿਕ ਕ੍ਰੋਧ ਤੇ ਬਗਨ ਫਿਰੇ ਕਟ ਕਟ ਪਰੇ ਨਿਦਾਨੋ। ਉਹ ਜੰਗ ਦੇ ਮੈਦਾਨ ਵਿੱਚ ਸਿੰਘ ਪੈਰੀ ਤੁਰੇ ਫਿਰਦੇ ਹਨ। ਹੈ ਕੋਈ ਪਹਾੜੀਆਂ ਹੁਣ ਅੱਗੇ ਅੜਨ ਵਾਲਾ ਔਰ ਇਹ ਨਾਰੀਆਂ ਲੋਥਾਂ ਵਿਛਾ ਦਿੱਤੀਆਂ ਪਰ ਇਹ ਕੰਮ ਹੋਣਾ ਤਾਂ ਮੈਦਾਨ ਚੋਂ ਆ ਕੇ ਸੀ ਨਾ ਕਿਲੇ ਚੋਂ ਬਾਹਰ ਨਿਕਲ ਕੇ ਹੋਣਾ ਸੀਗਾ। ਇਹ ਲੋਹੇ ਦੇ ਚਨੇ ਚਵਾਉਣੇ ਸੀ ਸਹਿਜ ਇਹਦੇ ਵਿੱਚ ਸਤਿਗੁਰ ਦੀ ਮੌਜ ਹੈ ਕਿਲੇ ਚੋਂ ਬਾਹਰ ਆਉਣਾ। ਕੋਈ ਗੁਰੂ ਕਿਸੇ ਤੋਂ ਡਰਦਾ ਨਹੀਂ ਹੈ। ਰੋਪੇ ਅੰਕਰ ਸੰਗਰ ਪਾਰੋ ਛੋਚੇ ਤੁਰੰਗ ਫਿਰੰਤੇ। ਔਰ ਇਸ ਤਰ੍ਹਾਂ ਭਿਆਨਕ ਜੰਗ ਹੋ ਰਿਹਾ ਹੈ ਤੇ ਗੁਰੂ ਪਿਆਰਿਓ ਘੋੜੇ ਵੀ ਖਾਲੀ ਭੱਜੇ ਫਿਰਦੇ ਆ। ਕਈਆਂ ਦੇ ਜ਼ਖਮੀ ਹੋ ਕੇ ਘੋੜੇ ਡਿੱਗ ਪਏ ਤੇ ਕਈਆਂ ਦੇ ਜਿਹੜੇ ਸਵਾਰ ਮਰ ਗਏ ਤੇ ਉਹ ਖਾਲੀ ਭੱਜੇ ਫਿਰਦੇ ਹਨ। ਅਯੁੱਧ ਤੇ ਸਕਰੀਨਨ ਬਨ ਪਾ ਲੋਥਨ ਪੋਤ ਕਰੰਤੇ। ਇਸ ਤਰ੍ਹਾਂ ਜੰਗ ਦੇ ਮੈਦਾਨ ਵੀ ਸ਼ਾਸਤਰਾਂ ਦਾ ਜੰਗ ਬਣ ਗਿਆ ਇਹ ਭਾਵ ਸ਼ਾਸਤਰ ਵੀ ਬਹੁਤ ਡਿੱਗੇ ਪਏ ਹਨ ਫੌਜਾਂ ਦੇ ਹਰ ਥਾਂ ਦੇ ਉੱਤੇ। ਕਹਾਂ ਕਹਾਂ ਲਗ ਜੁਟੇ ਚਟਾਪਟ ਸਟ ਪਟ ਪਟ ਕਟ ਡਾਟੇ। ਔਰ ਭਾਈ ਸਾਹਿਬ ਸੰਤੋਖ ਸਿੰਘ ਕਵੀ ਕਹਿੰਦੇ ਮੈਂ ਕਿੱਥੋਂ ਤੱਕ ਦੱਸਾਂ ਕਿ ਉਹ ਜੰਗ ਦੇ ਮੈਦਾਨ ਵਿੱਚ ਕਿਤਨੇ ਸੂਰਬੀਰ ਯੋਧੇ ਪਹਾੜੀਏ ਵੱਡੇ ਪਏ ਹਨ ਔਰ ਰਹਿੰਦਿਆਂ ਨੂੰ ਕੱਟ ਰਹੇ ਹਨ। ਲੱਟ ਪਟ ਹੈ ਵਿਕੇ ਮਿਟੇ ਨਾਟ ਕੇ ਨੈ ਸਟ ਕੇ ਤਨ ਫਾਟੇ। ਪਰ ਗੁਰੂ ਕੀਆਂ ਫੌਜਾਂ ਪਿੱਛੇ ਹਟਾਈਆਂ ਨਹੀਂ ਹਟਦੀਆਂ ਇਹਨਾਂ ਨੂੰ ਵੱਢ ਵੱਢ ਕੇ ਪਾਟ ਕੇ ਫਟ ਮਾਰ ਕੇ ਸਿੱਟ ਰਹੇ ਹਨ। ਲਰਤ ਲਰਤ ਰਵ ਅਸਤ ਗਿਓ ਜਬ ਹਟੇ ਪਹਾੜੀ ਕਾਚੇ। ਅਖੀਰ ਗੁਰੂ ਪਿਆਰਿਓ ਜੰਗ ਹੁੰਦਿਆਂ ਹੋਇਆਂ ਸ਼ਾਮਾਂ ਪੈ ਗਈਆਂ ਹਨੇਰਾ ਹੋ ਗਿਆ। ਇਹ ਕੱਚੇ ਪਹਾੜੀਏ ਇਹਨਾਂ ਦੇ ਸਿਰ ਤੇ ਲਾਂਭਾ ਰਹਿ ਗਿਆ ਵੀ ਤੁਸੀਂ ਗਾਂ ਦੀ ਸੌ ਖਾਧੀ ਸੀ ਪਰ ਉਹ ਪਗਾਈ ਨਹੀਂ। ਇਹਨਾਂ ਦੇ ਸਿਰ ਤੇ ਹੀ ਇਸ ਚੀਜ਼ ਦਾ ਲਾਂਭਾ ਵੀ ਆ ਗਿਆ ਹੈ ਦੋਸ਼ ਵੀ ਲੱਗ ਗਿਆ ਹੈ। ਤੇ ਗੁਰੂ ਸਾਹਿਬ ਨੇ ਤੁਹਾਡੀ ਗੱਲ ਮੰਨ ਲਈ ਵੀ ਚਲ ਠੀਕ ਹੈ ਯਾਰ ਆਪਾਂ ਹੁਣ ਇਹ ਬੇਨਤੀ ਕਰਦੀ ਆਪਾਂ ਛੱਡ ਦਿਓ ਕਿਲਾ। ਪਰ ਇਹਨਾਂ ਨੇ ਗੁਰੂ ਪਿਆਰਿਓ ਅੱਗੋਂ ਦੁਬਾਰਾ ਹਮਲਾ ਕੀਤਾ ਤੇ ਗੁਰੂ ਕੇ ਫਿਰ ਸੱਚੇ ਰਹੇ। ਲੋਤ ਸਭਾਰ ਮਿਲਿਓ ਦਲ ਸਿੰਘਨ ਆਏ ਪਿਤੇ ਗੁਰ ਸਾਚੇ। ਹਨੇਰਾ ਹੋ ਗਿਆ ਗੁਰੂ ਕੀਆਂ ਫੌਜਾਂ ਨੇ ਫਿਰ ਕੁਝ ਸਿੰਘ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਸੰਭਾਲਣਾ ਕੀਤਾ ਹੈ ਜੀ। ਅਯੁੱਧ ਚੀਰ ਹਜ਼ਾਰਵਾਨੇ ਅਪਰ ਵਸਤ ਗਨ ਲੁੱਟੇ। ਔਰ ਪਹਾੜੀਆਂ ਦੇ ਸ਼ਸਤਰ ਖੋਲੇ ਲੁੱਟ ਕੇ ਗੁਰੂ ਕੀਆਂ ਫੌਜਾਂ ਨੇ ਜੋ ਕੁਝ ਵੀ ਉਹਨਾਂ ਦੇ ਹੱਥ ਲੱਗਿਆ
ਉਹ ਸ਼ਾਸਤਰ ਜੋ ਕਾਮਲੇ ਸਨ, ਜੋ ਘੋੜੇ ਸਨ, ਉਹਨਾਂ ਨੂੰ ਸੰਭਾਲ ਲਿਆ ਹੈ। मारो जारे ग्राम तोड़ के अरे अगर सो कूटे ਜਿਹੜਾ ਵੀ ਅੱਗੇ ਅੜਿਆ ਉਸ ਨੂੰ ਕੁੱਟ ਮਾਰ ਕੇ ਸਿੱਟ ਦਿੱਤਾ ਜੀ। लेकर फतेह खालसायो डेरे बितर लगाए ਔਰ ਹੁਣ ਸਰਸਾ ਨਦੀ ਤੋਂ ਹਜੇ ਪਹਿਲਾਂ ਦਾ ਇਹ ਸੀਨ ਹੈ। ਹਨੇਰਾ ਹੋ ਗਿਆ, ਜੰਗ ਰੁਕ ਗਈ ਹੈ। ਮਰੇ ਹੋਏ ਪੁਕਾਰਾ ਕਰੀ ਜਾਂਦੇ ਆ ਪਹਾੜੀਏ। ਗੁਰੂ ਕੀਆਂ ਫੌਜਾਂ ਨੇ ਡੇਰਾ ਕਰ ਲਿਆ ਨਿਰਮੋਹ ਦੇ ਸਥਾਨ ਤੇ। बनो केहरे मिले दून में सतगुर फतेह बुलाए ਔਰ ਆਏ ਲੱਗਦਾ ਜਿਵੇਂ ਦੂਨ ਦੇ ਇਲਾਕੇ 'ਚ ਭੀਮ ਚੰਦ ਦੇ ਇਲਾਕੇ ਵਿੱਚ ਖੁੱਲੇ ਸ਼ੇਰ ਵੜ ਗਏ ਹੋਣ। रासत पे पहाड़ी दीर्घ दूर जाए थरहेरा ਔਰ ਪਹਾੜੀਆਂ ਨੇ ਤਾਂ ਦੂਨ ਦਾ ਇਲਾਕਾ ਹੀ ਛੱਡ ਦਿੱਤਾ ਹੈ, ਕਿਉਂਕਿ ਸਿੱਖ ਜਿਹੜੇ ਹਨ ਹੁਣ ਇਹਨਾਂ ਨੂੰ ਸ਼ੇਰਾਂ ਦੀ ਨਿਆਈ ਦਿਸਣ ਲੱਗੇ। ਡਰਦੇ ਹੋਏ ਪਿੰਡ ਵੀ ਛੱਡ ਗਏ, ਕਹਿਦੂਰ ਦਾ ਇਲਾਕਾ ਵੀ ਛੱਡ ਗਏ ਭੀਮ ਚੰਦ ਦੇ ਲੋਕ। परम दुखी हुए श्रामत लहते काल दीन तब डेरा ਬਹੁਤ ਦੁਖੀ ਹੈ। ਕਹਿੰਦੇ ਜਾਂਦਾ ਜਾਂਦਾ ਸਿੰਘ ਜਿਹੜਾ ਹੈ, ਖਾਲਸਾ ਪੰਥ ਜਿਹੜਾ ਹੈ, ਸਾਨੂੰ ਭੁੱਖੇ ਸ਼ੇਰ ਦੀ ਨਿਆਈ ਵੱਢ ਗਿਆ ਹੈ। ਬੜੇ ਦੁਖੀ ਹੋ ਰਹੇ ਹਨ ਲੋਹਰਾ। ऊंचे तल पर सतगुरु डेरा दियो लगाए ਸਤਿਗੁਰਾਂ ਦਾ ਉੱਚੇ ਥਾਂ ਤੇ ਆਸਣ ਲਵਾ ਦਿੱਤਾ ਹੈ ਜੀ। फिरियो खालसा जाए कर फतेह जंग ते पाए ਔਰ ਗੁਰੂ ਕੀਆਂ ਫੌਜਾਂ ਜੰਗ ਜਿੱਤ ਕੇ ਗੁਰੂ ਸਾਹਿਬ ਦੇ ਕੋਲ ਆ ਗਈਆਂ ਜੀ। कल की तर के पग सिर धर धर परम प्रेम ते दर्शन कर कर ਔਰ ਗੁਰੂ ਕੀ ਹਜ਼ੂਰੀ ਵਿੱਚ ਆ ਕੇ ਨਮਸਕਾਰਾਂ ਕਰਨ ਲੱਗੇ ਜੀ। फिरियो खालसा श्रम पर हरियो किनु स्नान सुचेता करियो ਕਿਉਂ ਗੁਰੂ ਕੀਆਂ ਫੌਜਾਂ ਨੇ ਇਸ਼ਨਾਨ ਕੀਤਾ, ਗੁਰੂ ਕੋਲ ਬੈਠ ਗਏ ਹਨ। ਉਸ ਤੋਂ ਬਾਅਦ ਕੀ ਹੁੰਦਾ ਹੈ ਇਹ ਵਿਚਾਰਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਦੇ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश हे पूरन हे सर्व दुख मैं पंजन गुणदास हे संगी हे निरंकार हे निर्गुण गुण सब टेक हे गोविंद हे गुण निधान जाके सदा विवेक हे अपरंपर हर हरे हैप्पी हो बनहार हे संत कै सदा संग निगारा आधार हे ठाकुर हो दासरो मैं निर्गुण गुण नहीं कोई नानक दीजै नाम दान राखो ये परोए आए प्रभ शरणागति कृपा नित दयाल एक अखर हर मन बसत नानक होत निहाल एक ओंकार सतगुरु ते प्रसाद सच होए वाहिगुरु जी की फतेह विगत है विनाशन सोए वाहिगुरु जी की फतेह है विगत विनाशन सोए वाहिगुरु जी का खालसा वाहिगुरु जी की फतेह। बहुत बहुत धन्यवाद सर्व संगतां दा। आओ कीर्तन ਦਾ ਸਮਾਂ ਹੋ ਰਿਹਾ, ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ।